ਅੱਜ ਸਿੱਖ ਇਤਿਹਾਸ ਦੇ ਵਿੱਚ ਬੜਾ ਗਮਗੀਨ ਦਿਨ ਹੈ, ਜਿਹਨੂੰ ਅਸੀਂ ਸ੍ਰੀ ਪੌਂਟਾ ਸਾਹਿਬ ਜੀ ਦਾ ਸਾਕਾ ਕਰਕੇ ਯਾਦ ਕਰਦੇ ਹਾਂ। ਕਈ ਸਾਕੇ ਹੋਏ ਨੇ। ਨਨਕਾਣਾ ਸਾਹਿਬ ਜੀ ਦਾ ਸ਼ਹੀਦੀ ਸਾਕਾ, ਜੋ ਗੁਰੂ ਕੇ ਸਿੱਖਾਂ ਨੇ ਆਪਣੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਵਾਇਆ, ਉਸ ਸ਼੍ਰੇਣੀ ਤੋਂ ਜੋ ਕਿ ਵਿਕਾਰਾਂ ਦੇ ਵਿੱਚ ਫਸ ਕੇ ਗੁਰਮਤਿ ਤੋਂ ਬਹੁਤ ਦੂਰ ਜਾ ਚੁੱਕੀ ਸੀ। ਸੋ ਇਸੇ ਤਹਿਤ ਜੋ ਪੌਂਟਾ ਸਾਹਿਬ ਜੀ ਦਾ ਸਥਾਨ ਹੈ ਜਮਨਾ ਦੇ ਕਿਨਾਰੇ, ਇਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵਸਾਇਆ ਹੋਇਆ ਸ਼ਹਿਰ ਹੈ, ਵਸਾਇਆ ਹੋਇਆ ਅਸਥਾਨ ਹੈ। ਆਨੰਦਪੁਰ ਸਾਹਿਬ ਜੀ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਤਕਰੀਬਨ 4 ਕੁ ਸਾਲ ਸ੍ਰੀ ਪੌਂਟਾ ਸਾਹਿਬ ਵਿਖੇ ਰਹੇ ਨੇ। ਤਕਰੀਬਨ 85 ਤੋਂ ਲੈ ਕੇ 1685 ਤੋਂ ਲੈ ਕੇ 1699 ਤੱਕ ਇੱਥੇ ਮਹਾਰਾਜ ਨੇ ਕਿਲੇ ਬਣਵਾਏ। ਇੱਕ ਕਿਲਾ ਬਣਾਇਆ ਔਰ ਇੱਥੇ ਹੀ ਮਹਾਰਾਜ ਨੇ 52 ਕਵੀ ਰੱਖੇ, ਜਿਨ੍ਹਾਂ ਦੇ ਵਿੱਚ ਬੜੇ ਵੱਡੇ ਗੁਣ ਸੀ। ਔਰ ਮਹਾਰਾਜ ਨੇ ਆਪ ਗੁਰਬਾਣੀ ਉਚਾਰਨ ਕੀਤੀ, ਸਾਹਿਤ ਉਲੀਕਿਆ, ਸਾਹਿਤ ਲਿਖਿਆ, ਸਾਹਿਤ ਦੀ ਸੇਵਾ ਸੰਭਾਲ ਕਿਵੇਂ ਕਰਨੀ ਉਹ ਸਿਖਾਇਆ। ਸੋ ਇੱਥੇ ਮਹਾਰਾਜ ਜੀ ਦੀਆਂ ਬੜੀਆਂ ਪਿਆਰੀਆਂ ਯਾਦਾਂ ਨੇ। ਔਰ ਇੱਥੇ ਹੀ ਭੰਗਾਣੀ ਦਾ ਯੁੱਧ ਹੋਇਆ, ਜਿਹਦੇ ਵਿੱਚ ਜੋ ਪੀਰ ਬੁੱਧੂ ਸ਼ਾਹ ਸੀ, ਉਹਦੇ 4 ਪੁੱਤਰ ਸ਼ਹੀਦ ਹੋਏ। 22 ਧਾਰ ਦੇ ਰਾਜਿਆਂ ਦੇ ਨਾਲ ਜੰਗ ਹੋਇਆ ਸੀ, ਮਹਾਰਾਜ ਜੀ ਦੀ ਜਿੱਤ ਹੋਈ। ਖੈਰ, ਜੋ ਅੱਜ ਦਿਨ ਹੈ ਉਹਦੇ 'ਤੇ ਵਿਚਾਰ ਕਰੀਏ। ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਜੋ ਸਾਡੇ ਗੁਰੂ ਘਰ ਸੀ, ਇਹਨਾਂ ਦੀ ਸੇਵਾ ਸੰਭਾਲ ਮਹੰਤਾਂ ਕੋਲੇ, ਉਦਾਸੀਆਂ ਕੋਲੇ ਅਤੇ ਨਿਰਮਲਿਆਂ ਕੋਲੇ ਰਹੀ ਹੈ। ਸੋ ਪਹਿਲਾਂ ਪੈਰ ਬੜਾ ਸੋਹਣਾ ਇਹਨਾਂ ਨੇ ਕਾਰਜ ਕੀਤਾ, ਮਤ ਮਰਿਆਦਾ ਕਾਇਮ ਰਹੀ। ਪਰ ਸਮੇਂ ਮੁਤਾਬਕ ਇਹਨਾਂ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ, ਤਾਂ ਜੋ ਸਿੱਖਾਂ ਨੇ ਗੁਰੂ ਘਰਾਂ ਦੇ ਜੋ ਸੇਵਾ ਸੰਭਾਲ ਸੀ ਉਹ ਆਪਣੇ ਹੱਥ ਦੇ ਵਿੱਚ ਕੀਤੇ। ਇਸੇ ਤਰ੍ਹਾਂ ਇਹ ਜਿਹੜਾ ਵਾਕਿਆ ਹੈ ਇਹ ਮਈ 1964 ਦਾ ਹੈ। ਬਾਬਾ ਹਰਭਜਨ ਸਿੰਘ ਜੀ, ਜੋ ਨਿਹੰਗ ਸਿੰਘ ਜਥੇਬੰਦੀ ਹੈ ਹਰੀਆਂ ਵੇਲਾਂ ਵਾਲੇ, ਉਹਨਾਂ ਤੱਕ ਗੱਲ ਪਹੁੰਚੀ ਕਿ ਪਟਨਾ ਸਾਹਿਬ, ਵਾਹਿਗੁਰੂ ਪੌਂਟਾ ਸਾਹਿਬ ਗੁਰਮਤਿ ਮਰਿਆਦਾ ਬਿਲਕੁਲ ਭੰਗ ਹੋ ਗਈ ਹੈ। ਇੱਥੋਂ ਦਾ ਜਿਹੜਾ ਮਹੰਤ ਸੀ ਉਹਦਾ ਨਾਂ ਸੀ ਪਹਿਲਾਂ ਭਾਈ ਲਹਿਣਾ ਸਿੰਘ, ਜੋ ਕਿ 1919 ਦੇ ਵਿੱਚ ਜਿਹੜਾ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ ਉਹਦੇ ਵਿੱਚ ਸੀ ਇਹ, ਪਰ ਕਿਸੇ ਤਰੀਕੇ ਦੇ ਨਾਲ ਬਚ ਗਿਆ। ਸਿੱਖਾਂ ਦੇ ਵਿੱਚ ਕਾਫੀ ਸਤਿਕਾਰ ਸੀ ਇਹਨਾਂ ਦਾ। ਸੋ ਇਹਨਾਂ ਨੇ ਪੌਂਟਾ ਸਾਹਿਬ ਜੀ ਦੀ ਸੇਵਾ ਸੰਭਾਲੀ। ਜਦੋਂ ਸਿੰਘਾਂ ਨੇ ਆਖਿਆ ਕਿ ਧਾਰਮਿਕ ਸਥਾਨਾਂ ਦਾ, ਗੁਰੂ ਘਰਾਂ ਦਾ ਕਾਰਜ ਹੈ ਉਹ ਸਿੱਖ ਆਪਣੇ ਹੱਥ ਦੇ ਵਿੱਚ ਲੈਣਗੇ, ਤੇ ਇਹਨੇ ਬੜੇ ਪਿਆਰ ਦੇ ਨਾਲ ਜਾ ਕੇ ਅੰਮ੍ਰਿਤਸਰ ਵਿਖੇ ਸੰਗਤਾਂ ਦੇ ਹਜ਼ੂਰ ਚਾਬੀਆਂ ਰੱਖ ਦਿੱਤੀਆਂ ਕਿ ਭਾਈ ਤੁਸੀਂ ਇਹ ਚਾਬੀਆਂ ਸੰਭਾਲੋ, ਆਪ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ। ਸਿੱਖਾਂ ਨੇ ਇਹਦੀ ਨਿਮਰਤਾ ਵੇਖ ਕੇ, ਇਹਦਾ ਜੀਵਨ ਵੇਖ ਕੇ ਇਸੇ ਨੂੰ ਹੀ ਜ਼ਿੰਮੇਵਾਰੀ ਦੇ ਦਿੱਤੀ ਕਿ ਤੁਸੀਂ ਹੀ ਉਸ ਸਥਾਨ ਦੀ ਸੇਵਾ ਸੰਭਾਲ ਕਰੋ। ਬਾਅਦ ਦੇ ਵਿੱਚ ਇਹਨਾਂ ਨੇ ਬੜੀ ਸੋਹਣੀ ਸੇਵਾ ਕੀਤੀ। ਬਾਬਾ ਲਹਿਣਾ ਜੀ ਸੀ, ਇਹਨਾਂ ਨੇ ਬੜੀ ਸੋਹਣੀ ਸੇਵਾ ਕੀਤੀ। ਉਸ ਤੋਂ ਬਾਅਦ ਫਿਰ ਇਹਨਾਂ ਦਾ ਬੇਟਾ ਬਾਬਾ ਗੁਰਦਿਆਲ ਸਿੰਘ, ਉਹ ਕੁਝ ਸਮਾਂ ਠੀਕ ਰਹੇ। ਠੀਕ ਕੀ ਰਹੇ, ਜਦੋਂ ਉਹ ਚਲਾਣਾ ਕਰ ਗਏ ਬਾਬਾ ਲਹਿਣਾ ਜੀ, ਤੇ ਇਹਨਾਂ ਨੇ ਆਪਣਾ ਹੱਕ ਜਾਣ ਕੇ ਉੱਥੇ ਕਾਬਜ ਹੋ ਗਏ। ਗੁਰਮਤਿ ਮਰਿਆਦਾ ਭੰਗ ਕਰ ਦਿੱਤੀ, ਮਨ ਆਈਆਂ ਹੋਣ ਲੱਗ ਪਈਆਂ। ਸੋ ਸਿੱਖਾਂ ਨੂੰ ਪਤਾ ਲੱਗਿਆ, ਇਹਨੇ ਸਰਕਾਰੀ ਦਰਬਾਰੇ ਚੰਗੀ ਗੱਲਬਾਤ ਬਣਾ ਲਈ। ਕੋਈ ਵੀ ਆਵਾਜ਼ ਉਠਾਉਂਦਾ ਸੀ ਤੇ ਇਹ ਦਬਾ ਦਿੰਦਾ ਸੀ ਉਹਨੂੰ। ਆਖਰਕਾਰ ਸੰਗਤਾਂ ਨੂੰ ਪਤਾ ਲੱਗਿਆ। ਫਿਰ ਹਰੀਆਂ ਵੇਲਾਂ ਵਾਲੇ ਜੋ ਬਾਬਾ ਹਰਭਜਨ ਸਿੰਘ ਸੀ ਜਥੇਦਾਰ, ਉਹਨਾਂ ਕੋਲੇ ਸੰਗਤ ਨੇ ਪਹੁੰਚ ਕੀਤੀ। ਇਹ ਫਿਰ ਦਲ ਲੈ ਕੇ ਪੌਂਟਾ ਸਾਹਿਬ ਵਿਖੇ ਗਏ। 22 ਮਈ 1964 ਨੂੰ ਇਹ ਵਾਕਾ ਵਾਪਰਿਆ। ਸਿੰਘਾਂ ਨੇ ਜਾ ਕੇ ਲੰਗਰ ਲਾ ਦਿੱਤੇ, ਅਖੰਡ ਪਾਠ ਸਾਹਿਬ ਆਰੰਭ ਹੋ ਗਏ, ਰੌਣਕਾਂ ਲੱਗ ਗਈਆਂ। ਇਸ ਮਹੰਤ ਨੇ ਸਰਕਾਰ ਦੀ ਸ਼ਹਿ 'ਤੇ ਪੁਲਿਸ ਬੁਲਾਈ, ਆਪਣੇ ਜ਼ੋਰ 'ਤੇ ਪੌਂਟਾ ਸਾਹਿਬ ਦੇ ਸਥਾਨ 'ਤੇ ਪੁਲਿਸ ਨੂੰ ਚੜ੍ਹਾ ਕੇ ਪੌੜੀਆਂ ਲਵਾ ਕੇ ਉੱਪਰ ਸਣੇ ਬੂਟਾਂ ਸਹਿਤ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਨਿਹੱਥੇ ਸਿੰਘਾਂ 'ਤੇ ਗੋਲੀਆਂ ਚਲਾਈਆਂ। ਸਿੰਘਾਂ ਨੂੰ
ਸ਼ਹੀਦ ਕਰ ਦਿੱਤਾ ਗਿਆ। ਅਖੰਡ ਪਾਠ ਸਾਹਿਬ ਉਹ ਵੀ ਖੰਡਨ ਕਰ ਦਿੱਤੇ ਗਏ। ਇੱਕੋ ਇੱਕ ਸਿੰਘ ਬਚੇ ਜਿਨ੍ਹਾਂ ਦੇ ਗੋਲੀ ਲੱਗੀ, ਜੋ ਅੱਜ ਜਿਉਂਦੇ ਨੇ, ਜਿਨ੍ਹਾਂ ਦਾ ਨਾਮ ਹੈ ਬਾਬਾ ਨਿਹਾਲ ਸਿੰਘ ਜੀ, ਹਰੀਆਂ ਵੇਲਾਂ ਵਾਲੇ ਜਥੇਦਾਰ ਨੇ। ਉਹ ਚੌਰ ਸਾਹਿਬ ਕਰਦੇ ਸੀ, ਇੱਕ ਗ੍ਰੰਥੀ ਸਿੰਘ ਪਾਠ ਕਰ ਰਿਹਾ ਸੀ, ਉਹਨੇ ਹੱਥ ਦੇ ਨਾਲ ਇਸ਼ਾਰਾ ਕੀਤਾ, ਭਾਈ ਇੱਧਰ ਤੁਸੀਂ ਨਾ ਆਓ। ਉਹ ਜਦੋਂ ਇੱਦਾਂ ਇਸ਼ਾਰਾ ਕਰਦਾ ਸੀ, ਇੱਕ ਪੁਲਿਸ ਵਾਲੇ ਨੇ ਉਹਦੇ ਹੱਥ 'ਤੇ ਨਿਸ਼ਾਨਾ ਲਾਇਆ, ਹੱਥ 'ਤੇ ਗੋਲੀ ਮਾਰ ਦਿੱਤੀ, ਜ਼ਖਮੀ ਹੋ ਗਿਆ। ਔਰ ਦੂਸਰੀ ਗੋਲੀ ਉਹਦੇ ਸਰੀਰ 'ਤੇ ਵੱਜੀ ਪਾਠੀ ਸਿੰਘ ਦੇ। ਉਹ ਜਦੋਂ ਡਿੱਗਣ ਲੱਗੇ, ਇਹ ਬਾਬਾ ਨਿਹਾਲ ਸਿੰਘ ਚੌਰ ਸਾਹਿਬ ਕਰ ਰਹੇ ਸੀ, ਇਹਨਾਂ ਨੇ ਸੇਵਾ ਸੰਭਾਲਣ ਦਾ ਯਤਨ ਕੀਤਾ ਕਿ ਅਖੰਡ ਪਾਠ ਸਾਹਿਬ ਖੰਡਨ ਨਾ ਹੋਣ। ਸੋ ਇਹਨਾਂ ਦੇ ਵੀ ਗੋਲੀ ਮਾਰ ਦਿੱਤੀ ਗਈ। ਇਹ ਫਿਰ ਜ਼ਖਮੀ ਹੋ ਕੇ ਉੱਥੇ ਡਿੱਗ ਪਏ। ਕਹਿੰਦੇ ਨੇ 8 ਸਿੰਘ ਅੰਦਰ ਹਜ਼ੂਰੀ ਦੇ ਵਿੱਚ ਸ਼ਹੀਦ ਹੋ ਗਏ, 9ਵੇਂ ਇਹ ਬਾਬਾ ਜੀ ਸੀ। ਇਹ ਜ਼ਖਮੀ ਹਾਲਤ ਦੇ ਵਿੱਚ ਉੱਥੇ ਡਿੱਗ ਪਏ। ਖੈਰ ਬੜਾ ਕੁਝ ਹੋਇਆ। ਫਿਰ ਸੰਗਤਾਂ ਦੇ ਵਿੱਚ ਰੋਹ ਹੋਇਆ। ਬਾਅਦ ਦੇ ਵਿੱਚ ਸੰਗਤਾਂ ਦੇ ਹੱਥ ਦੇ ਵਿੱਚ ਗੁਰੂ ਘਰ ਦਾ ਪ੍ਰਬੰਧ ਆ ਗਿਆ। ਪਰ ਅੱਜ ਦਾ 22 ਮਈ 1964 ਦਾ ਦਿਨ ਸੀ ਜੋ ਪਾਉਂਟਾ ਸਾਹਿਬ ਜੀ ਦਾ ਇਹ ਸਾਕਾ ਵਾਪਰਿਆ। ਸੋ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਡਾ ਕੋਟਾਨ ਕੋਟ ਨਮਨ ਹੈ, ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ, ਜਿਨ੍ਹਾਂ ਨੇ ਆਪਣੇ ਪ੍ਰਾਣ, ਆਪਣੀ ਜਿੰਦ ਗੁਰੂ ਘਰਾਂ ਦੇ ਲਈ, ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਦੇ ਲਈ ਕੁਰਬਾਨ ਕੀਤੀ। ਅੱਜ ਉਹਨਾਂ ਨੂੰ ਸਿੱਖ ਪੰਥ ਯਾਦ ਕਰ ਰਿਹਾ। ਸੋ ਆਪਾਂ ਸੰਖੇਪ ਜੀ ਜਾਣਕਾਰੀ ਸਾਂਝੀ ਕੀਤੀ ਹੈ। ਜ਼ਰੂਰ ਪੜ੍ਹਨਾ ਚਾਹੀਦਾ ਭਾਈ, ਆਪਣੇ ਸਿੱਖਾਂ ਬਾਰੇ, ਆਪਣੇ ਇਤਿਹਾਸ ਬਾਰੇ। ਸੋ ਹੋਈਆਂ ਬੇਅੰਤ ਬੁੱਲਾਂ ਦੀ ਖਿਮਾ। ਗੁਰੂ ਕੀ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਯੋਗ ਹਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।